Hello students, how are you? Today we are going to start second lesson, half rupee worth or author is R.K. Narayan. Let's start. Subia sold rice at the market gate. जो सूबिया ਸੀ ਉਹ ਚੌਲ ਵੇਚਦਾ ਸੀ ਮਾਰਕੀਟ ਗੇਟ ਉੱਪਰ ਔਰ ਇਨ ਹੀ ਸ਼ਾਪ ਯੂ ਫਾਊਂਡ ਹੀ ਪੜਾ ਵਿਕਰ ਬਾਸਕਟਸ ਆਲ ਵੈਰਾਈਟੀਜ਼ ਔਰ ਉਸ ਦੀ ਦੁਕਾਨ ਦੇ ਵਿੱਚ ਵਿਕਰ ਬਾਸਕਟਸ ਦੇ ਵਿੱਚ ਤੁਹਾਨੂੰ ਬਾਂਸ ਦੀਆਂ ਟੋਕਰੀਆਂ ਦੇ ਵਿੱਚ ਹੀਪਡ ਢੇਰ ਲੱਗੇ ਹੋਏ ਸਾਰੀਆਂ ਕਿਸਮਾਂ ਦੇ ਆਲ ਵੈਰਾਈਟੀ ਸਾਰੀਆਂ ਕਿਸਮਾਂ ਦੇ ਚੌਲ ਮਿਲ ਸਕਦੇ ਸਨ। ਕਿਹੜੀਆਂ ਕਿਸਮਾਂ ਦੇ? ਫਰੋਮ ਪੈਬਲਿਕ ਕੋਰਸ ਰਾਈਸ ਟੂ ਦਿੱਲੀ ਸਾਂਬਾ। ਪੈਬਲਿਕ ਕੋਰਸ ਰਾਈਸ ਤੋਂ ਲੈ ਕੇ ਜੋ ਕੰਕਰਾਂ ਨਾਲ ਭਰੇ ਹੋਏ ਮੋਟੇ ਚੌਲਾਂ ਤੋਂ ਲੈ ਕੇ ਦਿੱਲੀ ਸਾਂਬਾ ਦੇ ਚੌਲਾਂ ਤੱਕ। ਔਰ ਉਹ ਕਿਸ ਤਰ੍ਹਾਂ ਸਨ? ਵਾਈਟ ਐਜ਼ ਜੈਸਮੀਨ ਐਂਡ ਸਲੈਂਡਰ ਐਜ਼ ਅ ਨੀਡਲ। ਚਮੇਲੀ ਦੀ ਤਰ੍ਹਾਂ ਸਫੈਦ ਔਰ ਨੀਡਲ ਸੂਈ ਦੀ ਤਰ੍ਹਾਂ ਪਤਲੇ ਹੁੰਦੇ ਸਨ। ਹੀ ਸ਼ੌਪ ਵਾਸ ਸਟਫੀ ਐਂਡ ਡਾਰਕ। ਉਸ ਦੀ ਦੁਕਾਨ ਵਿੱਚ ਦਮ ਘੁੱਟਦਾ ਸੀ। ਉਸ ਦੀ ਜੋ ਦੁਕਾਨ ਸੀ ਸਟਫੀ ਸੀ, ਜਿਸ ਵਿੱਚ ਸਾਹ ਘੁੱਟਦਾ ਸੀ ਔਰ ਉਸ ਦੀ ਦੁਕਾਨ ਵਿੱਚ ਹਨੇਰਾ ਸੀ। ਬਟ ਹੀ ਲਵਡ ਐਵਰੀ ਇੰਚ ਆਫ ਇਟ। ਲੇਕਿਨ ਉਹ ਦੁਕਾਨ ਦੇ ਹਰ ਕੋਨੇ ਨੂੰ ਪਸੰਦ ਕਰਦਾ ਸੀ। ਹੀ ਲਵਡ ਦਾ ਸਮੈਲ ਆਫ ਗਨੀ ਸੈਕ ਆਫ ਰਾਈਸ ਐਂਡ ਹਸਕ। ਔਰ ਉਹ ਪਸੰਦ ਕਰਦਾ ਸੀ ਕਿਹੜੀ ਸਮੈਲ ਨੂੰ? ਜੋ ਗਨੀ ਸੈਕ ਤੋਂ ਸਮੈਲ ਆਉਂਦੀ, ਜੋ ਬੋਰੀਆਂ ਤੋਂ ਸਮੈਲ ਆਉਂਦੀ ਸੀ, ਜੋ ਚੌਲਾਂ ਤੋਂ ਸਮੈਲ ਆਉਂਦੀ ਸੀ, ਜੋ ਕਾਫੂਸ ਤੋਂ ਸਮੈਲ ਆਉਂਦੀ ਸੀ, ਉਹ ਉਸ ਨੂੰ ਪਸੰਦ ਕਰਦਾ ਸੀ। ਥਰੂ ਗੁੱਡ ਟਾਈਮਸ ਐਂਡ ਬੈਡ ਹੀ ਫਲੋਰਿਸਟ। ਚੰਗੇ ਔਰ ਮਾੜੇ ਸਮੇਂ ਦੇ ਵਿੱਚ ਉਸ ਦਾ ਜੋ ਵਪਾਰ ਸੀ ਉਹ ਫਲੋਰਿਸਟ ਹੁੰਦਾ ਗਿਆ, ਵਾਧਾ ਫੁੱਲਦਾ ਗਿਆ। ਦੇਰ ਵਰ ਡੇਜ਼ ਆਫ ਡਰੌਟ। ਸੋਕੇ ਦੇ ਦਿਨ ਵੀ ਆਏ। ਡਰੌਟ ਮਾਨੇ ਸੋਕੇ ਦੇ ਦਿਨ। ਅਜਾਇਬ ਹੀ ਸੋਕੇ ਦੇ ਦਿਨ ਆਏ ਜਦੋਂ ਮੀਂਹ ਨਹੀਂ ਪਿਆ ਸੀ। ਅਜਾਇਬ ਹੀ ਡਰੌਟ ਸੋਕੇ ਦੇ ਦਿਨ ਆਏ ਜਦੋਂ ਪੈਡੀ ਡਿਡ ਨੋਟ ਕਮ ਐਂਡ ਰਾਈਸ ਮਿਲਸ ਵਰ ਸਾਇਲੈਂਸਡ। ਜਦੋਂ ਚੌਲਾਂ ਦੀ ਫਸਲ ਨਹੀਂ ਹੋਈ ਔਰ ਜੋ ਚੌਲ ਮਿਲਾਂ ਸਨ ਉਹ ਖਾਮੋਸ਼ ਰਹੀਆਂ। ਵੈਨ ਪੀਪਲ ਲੁਕਡ ਹੋਲੋ ਆਈਡ ਐਂਡ ਹਾਫ ਡੈਡ। ਔਰ ਜਦ ਲੋਕਾਂ ਦੀਆਂ ਅੱਖਾਂ ਖੋਖਲੀਆਂ ਦਿਸਦੀਆਂ ਸਨ ਔਰ ਉਹ ਹਾਫ ਡੈਡ ਅੱਧ ਮਰੇ ਦਿਸਦੇ ਸਨ। ਬਟ ਈਵਨ ਦੈਨ ਹੀ ਨੈਵਰ ਕਲੋਜ਼ਡ ਹਿਸ ਸ਼ਾਪ। ਲੇਕਿਨ ਫਿਰ ਵੀ ਉਸਨੇ ਆਪਣੀ ਦੁਕਾਨ ਕਦੇ ਬੰਦ ਨਹੀਂ ਕੀਤੀ ਸੀ। ਇਫ ਹੀ ਡਿਡ ਨਾਟ ਫਾਈਂਡ ਸਟਫ ਫੋਰ 20 ਬਾਸਕਟਸ। ਔਰ ਜੇਕਰ ਉਸ ਨੂੰ 20 ਟੋਕਰੀਆਂ ਦੇ ਜਿੰਨਾ 20 ਬਾਸਕਟਸ, ਜੇਕਰ ਉਸ ਨੂੰ 20 ਟੋਕਰੀਆਂ ਜਿੰਨਾ ਸਟਫ ਜਿੰਨਾ ਮਾਲ ਨਾ ਮਿਲਦਾ ਤਾਂ ਹੀ ਸਕੌਟ ਦੀ ਕੰਟਰੀ ਸਾਈਡ, ਤਾਂ ਉਹ ਸਾਰੇ ਨਗਰ ਵਿੱਚ ਘੁੰਮਦਾ ਰਹਿੰਦਾ ਔਰ ਫਿਲਡ ਐਟ ਲਿਸਟ ਬਾਸਕਟਸ ਐਂਡ ਸੋਲਡ ਦੈਮ। ਔਰ ਘੱਟ ਤੋਂ ਘੱਟ ਉਹ 2 ਟੋਕਰੇ ਭਰ ਲੈਂਦਾ ਔਰ ਉਹਨਾਂ ਨੂੰ ਵੇਚ ਦਿੰਦਾ। ਦੇਰ ਵਰ ਟਾਈਮਸ ਵੈਨ ਦੀ ਹਾਰਵੈਸਟ ਵਾਸ ਸੋ ਰਿਚ। ਉਹ ਵੀ ਸਮਾਂ ਹੁੰਦਾ ਜਦੋਂ ਫਸਲ ਬਹੁਤ ਜ਼ਿਆਦਾ ਹੁੰਦੀ। ਹੀ ਕੁਡ ਹਾਰਡਲੀ ਐਕਸੈਪਟ ਅ ਕੁਆਟਰ ਆਫ ਦੀ ਗ੍ਰੇਨ। ਜਦੋਂ ਇੰਨੀ ਜ਼ਿਆਦਾ ਫਸਲ ਆਉਂਦੀ ਤਾਂ ਉਹ ਕੁਆਟਰ ਆਫ ਦੀ ਗ੍ਰੇਨ, ਤਾਂ ਉਹ ਅਨਾਜ ਦਾ 1/4 ਹਿੱਸਾ ਵੀ ਸਵੀਕਾਰ ਨਹੀਂ ਕਰ ਸਕਦਾ ਸੀ। ਦੈਟ ਵਾਸ ਆਫਰਡ। ਜੋ ਉਸ ਨੂੰ ਪੇਸ਼ਕਸ਼ ਕੀਤੀ ਜਾਂਦੀ ਸੀ, ਜੋ ਉਸ ਨੂੰ ਖਰੀਦਣ ਦੇ ਲਈ ਪੇਸ਼ਕਸ਼ ਕੀਤੀ ਜਾਂਦੀ ਸੀ, ਤਾਂ ਉਹ ਅਨਾਜ ਦਾ 1/4 ਹਿੱਸਾ ਵੀ ਸਵੀਕਾਰ ਨਹੀਂ ਕਰ ਸਕਦਾ ਸੀ। ਵੈਨ ਇਟ ਸੀਮਡ ਅ ਫੂਲਸ ਬਿਜ਼ਨਸ ਟੂ ਬੀ ਸੈਲਿੰਗ ਰਾਈਸ। ਔਰ ਜਦ ਚੌਲ ਵੇਚਣਾ ਬੇਵਕੂਫੀ ਵਾਲਾ ਵਪਾਰ ਸਮਝਿਆ ਜਾਂਦਾ। If you sold rice all day and night, you could not hope for a profit of even 50 rupees. ਜੇਕਰ ਤੁਸੀਂ ਦਿਨ ਔਰ ਰਾਤ ਚੌਲ ਵੇਚੋ, ਡੇ ਐਂਡ ਨਾਈਟ, ਜੇਕਰ ਦਿਨ ਰਾਤ ਲਾ ਕੇ ਚੌਲ ਵੇਚੇ ਜਾਣ ਤਾਂ ਤੁਹਾਨੂੰ 50 ਰੁਪੀਜ਼, ਤਾਂ ਤੁਹਾਨੂੰ 50 ਰੁਪਏ ਦਾ ਮੁਨਾਫਾ ਵੀ ਹੋਣ ਦੀ ਕੋਈ ਆਸ ਨਾ ਹੁੰਦੀ। ਦੇ ਕਾਲਡ, ਤਾਂ ਉਸ ਨੂੰ ਕੀ ਕਹਿੰਦੇ ਨੇ? ਤਾਂ ਉਹ ਲੋਕ ਇਸ ਨੂੰ ਵਪਾਰ ਵਿੱਚ ਮੰਦੀ ਕਹਿੰਦੇ ਨੇ। ਡਿਪਰੈਸ਼ਨ ਦੀ ਟ੍ਰੇਡ, ਕਾਰੋਬਾਰ ਦੇ ਵਿੱਚ ਮੰਦੀ ਆਖਦੇ ਹਨ। ਬਟ ਸੂਬੀਆ ਸਰਵਾਈਵਡ ਆਲ ਅਪਸ ਐਂਡ ਡਾਊਨਸ। ਲੇਕਿਨ ਜੋ ਸੂਬੀਆ ਸੀ ਉਹ ਜਿਉਂਦਾ ਰਿਹਾ, ਉਹ ਬਚਿਆ ਰਿਹਾ। ਇਹਨਾਂ ਸਾਰੇ ਉਤਰਾਅ ਚੜਾਅ ਦੇ ਵਿੱਚ ਵੀ ਬਚਿਆ ਰਿਹਾ। ਰਾਈਸ ਵਾਸ ਇਨ ਹਿਸ ਬਲੱਡ। ਚੌਲ ਉਸ ਦੇ ਖੂਨ ਵਿੱਚ ਸਨ। ਹੀ ਹੈਡ ਸਰਵਡ। ਉਸਨੇ ਕੰਮ ਕੀਤਾ ਸੀ ਐਜ਼ ਐਨ ਅਨਪੇਡ ਐਪ੍ਰੈਂਟਾਈਸ ਵੈਨ ਹਿਸ ਫਾਦਰ ਰੂਲਡ। ਜਦੋਂ ਉਸ ਦੇ ਪਿਤਾ ਦਾ ਦੁਕਾਨ ਦੇ ਵਿੱਚ ਸ਼ਾਸਨ ਹੁੰਦਾ ਸੀ
ਜਦੋਂ ਉਸ ਦਾ ਪਿਤਾ ਦੁਕਾਨ ਵਿੱਚ ਬੈਠਦਾ ਹੁੰਦਾ ਸੀ ਤਾਂ ਉਹ ਇੱਕ ਸਿਖਾਂਦਰੂ ਦੇ ਰੂਪ ਵਿੱਚ, ਜਿਸ ਨੂੰ ਤਨਖਾਹ ਨਹੀਂ ਮਿਲਦੀ ਸੀ, ਉਹ ਉੱਥੇ ਕੰਮ ਕਰਦਾ ਸੀ। ਦੋਜ਼ ਵਰ ਡੇਜ਼ ਵੈਨ ਸੂਬੀਆ ਲੋਥਡ ਦੀ ਰਾਈਸ ਬੈਗਸ। ਉਹ ਦਿਨ ਵੀ ਸਨ ਜਦੋਂ ਸੂਬੀਆ ਨਫ਼ਰਤ ਕਰਦਾ ਸੀ, ਲੋਥੜ ਕਰਦਾ ਸੀ ਉਹਨਾਂ ਬੋਰੀਆਂ ਦੇ ਨਾਲ। ਔਰ ਉਹ ਇੱਛਾ ਰੱਖਦਾ ਸੀ, ਹੀ ਲੌਂਗਡ ਫੋਰ, ਕਿਸ ਦੀ ਇੱਛਾ ਰੱਖਦਾ ਸੀ? ਇਹਨਾਂ ਚੀਜ਼ਾਂ ਨੂੰ ਵੇਖਣ ਦੀ, ਕਿ ਉਹ ਕਰਾਊਡਡ ਸਟਰੀਟਸ ਨੂੰ ਵੇਖੇ, ਭੀੜ ਨਾਲ ਭਰੀਆਂ ਹੋਈਆਂ ਗਲੀਆਂ ਨੂੰ ਵੇਖੇ, ਸਿਨੇਮੇ ਨੂੰ ਵੇਖੇ, ਫੁੱਟਬਾਲ ਮੈਚਸ ਵੇਖੇ ਔਰ ਰੈਸਲਿੰਗ ਟੂਰਨਾਮੈਂਟ ਵੇਖੇ। ਉਹ ਇਹਨਾਂ ਲਈ ਇੱਛਾ ਰੱਖਦਾ ਸੀ। ਉਹੀ ਚੀਜ਼ ਸਾਹ ਥਰੂ ਦੀ ਕਰਾਊਡਡ ਸ਼ਾਪ ਡੋਰ, ਜਿਸ ਨੂੰ ਉਹ ਭੀੜ ਨਾਲ ਭਰੀ ਹੋਈ ਆਪਣੀ ਦੁਕਾਨ ਦੇ ਦਰਵਾਜ਼ੇ ਵਿੱਚੋਂ ਦੀ ਵੇਖਦਾ ਸੀ। ਬਟ ਹਿਸ ਫਾਦਰ ਮੋਰ ਔਰ ਲੈਸ ਕੈਪਟ ਹਿਮ ਚੈਨਟ ਟੂ ਦਾ ਸ਼ਾਪ। ਲੇਕਿਨ ਉਸ ਦਾ ਪਿਤਾ ਉਸ ਨੂੰ ਬੰਨੀ ਰੱਖਦਾ ਸੀ। ਕਿੱਥੇ? ਦੁਕਾਨ ਦੇ ਵਿੱਚ। ਕਹਿਣ ਦਾ ਭਾਵ, ਲੇਕਿਨ ਜੋ ਉਸ ਦਾ ਪਿਤਾ ਸੀ ਉਸ ਨੂੰ ਹਰ ਸਮੇਂ ਦੁਕਾਨ ਦੇ ਵਿੱਚ ਬਿਠਾਈ ਰੱਖਦਾ ਸੀ। ਔਰ ਡਿਸਕਰਸਡ ਹਿਜ਼ ਆਊਟਸਾਈਡ ਇੰਟਰਸਟ, ਔਰ ਉਸ ਦਾ ਧਿਆਨ ਕਿਸ ਤੋਂ ਹਟਾਈ ਰੱਖਦਾ ਸੀ? ਜੋ ਬਾਹਰਲੀਆਂ ਰੁਚੀਆਂ ਸਨ, ਜੋ ਆਊਟਸਾਈਡ ਇੰਟਰਸਟ ਸਨ, ਵੀ ਉਹਨਾਂ ਚੀਜ਼ਾਂ ਵੱਲ ਉਸ ਦਾ ਧਿਆਨ ਨਾ ਜਾਵੇ। ਇਸ ਤਰ੍ਹਾਂ ਦੀ ਉਹ ਕੋਸ਼ਿਸ਼ ਕਰਦਾ ਰਹਿੰਦਾ ਸੀ ਉਸ ਦਾ ਪਿਤਾ। ਬॉयਜ਼ ਸ਼ੁੱਡ ਬੀ ਹਾਰਸ ਵਿਪਡ ਇਫ ਦੇ ਆਰ ਨਾਟ ਟੂ ਬਿਕਮ ਬ੍ਰਿਗੈਂਡਸ। ਲੜਕਿਆਂ ਨੂੰ ਘੋੜਿਆਂ ਦੀ ਤਰ੍ਹਾਂ ਚਾਬੁਕ ਨਾਲ ਮਾਰਨਾ ਚਾਹੀਦਾ ਹੈ, ਜੇਕਰ ਅਸੀਂ ਨਹੀਂ ਚਾਹੁੰਦੇ ਕਿ ਉਹ ਡਾਕੂ ਬਣਨ, ਉਹ ਬਦਮਾਸ਼ ਬਣਨ। ਹੀ ਪ੍ਰੈਕਟਿਸ ਦੀ ਥਿਓਰੀ ਆਫ ਚਾਈਲਡ ਟ੍ਰੇਨਿੰਗ ਵਿਦ ਸਚ ਸਟੈਡਫਾਸਟਨੈਸ। ਔਰ ਉਹ ਇਸ ਥਿਓਰੀ ਦਾ, ਕਿਹੜੀ ਥਿਓਰੀ ਦਾ? ਚਾਈਲਡ ਟ੍ਰੇਨਿੰਗ। ਉਹ ਬਾਲ ਸਿੱਖਿਆ ਦੇ ਇਸ ਥਿਓਰੀ ਸਿਧਾਂਤ ਨੂੰ ਇੰਨੀ ਸਟੈਡਫਾਸਟ, ਇੰਨੀ ਦ੍ਰਿੜਤਾ ਦੇ ਨਾਲ ਲਾਗੂ ਕਰਦਾ ਸੀ ਕਿ ਇਨ ਡਿਊ ਕੋਰਸ ਦ ਲਿਟਲ ਮੈਨ ਹੈਡ ਨੋ ਆਈਜ਼ ਔਰ ਹੈਡ ਫॉर ਐਨੀਥਿੰਗ ਐਕਸੈਪਟ ਰਾਈਸ ਐਟ ਦੀ ਮਾਰਕੀਟ। ਕਿ ਉਸ ਸਮੇਂ ਦੌਰਾਨ ਜੋ ਉਹ ਛੋਟਾ ਬੱਚਾ ਹੁੰਦਾ ਸੀ, ਜਦੋਂ ਸੂਬੀਆ ਇੱਕ ਬੱਚਾ ਹੁੰਦਾ ਸੀ, ਤਾਂ ਉਸ ਦਾ ਧਿਆਨ ਕਿਤੇ ਹੋਰ ਨਹੀਂ ਜਾਂਦਾ ਸੀ। ਕਿਸ ਤੋਂ ਸਿਵਾ? ਚੌਲ ਔਰ ਮਾਰਕੀਟ ਤੋਂ ਸਿਵਾ ਉਸ ਦਾ ਧਿਆਨ ਔਰ ਉਸ ਦਾ ਮਨ ਕਿਤੇ ਹੋਰ ਨਹੀਂ ਲੱਗਦਾ ਸੀ। ਵੈਨ ਹੀਜ਼ ਫਾਦਰ ਡਾਈਡ, ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ, ਹੀ ਸਲੇਟ ਇਨ ਸੋ ਨਾਈਸਲੀ, ਤਾਂ ਉਸਨੇ ਕਾਰੋਬਾਰ ਨੂੰ ਇੰਨੀ ਚੰਗੀ ਤਰ੍ਹਾਂ ਸਲਿਟ ਕੀਤਾ, ਸੰਭਾਲਿਆ, ਦੈਟ ਨੋ ਬੋਡੀ ਨੋਟਿਸ ਦਿਸ ਡਿਫਰੈਂਸ, ਕਿ ਕਿਸੇ ਨੇ ਵੀ ਕੋਈ ਫਰਕ ਮਹਿਸੂਸ ਨਹੀਂ ਕੀਤਾ। ਮੋਸਟ ਪੀਪਲ ਥੋਟ, ਬਹੁਤ ਸਾਰੇ ਲੋਕ ਸੋਚਦੇ ਸਨ ਕਿ ਓਲਡ ਮੈਨ ਵਾਜ਼ ਸਟਿਲ ਦੇਅਰ, ਕਿ ਅਜੇ ਵੀ ਉਹ ਬਜ਼ੁਰਗ ਉੱਥੇ ਸੀ, ਉਸ ਦਾ ਬਾਪ ਉੱਥੇ ਸੀ, ਜੋ ਅਜੇ ਵੀ ਕੈਸ਼ ਗਿਣ ਰਿਹਾ ਸੀ, ਦੇਰ ਕਾਊਂਟਿੰਗ ਕੈਸ਼। ਔਰ ਬਿਜ਼ਨਸ ਪ੍ਰੋਸਪਰ, ਔਰ ਜੋ ਬਿਜ਼ਨਸ ਸੀ ਉਹ ਵੱਧਦਾ ਫੁੱਲਦਾ ਗਿਆ। ਥੈਂਕਸ।